ਚੜ੍ਹਦੀ ਕਲਾ ਚੜ੍ਹਦੀ ਕਲਾ ਤੁਹਾਡੀ ਹਮੇਸ਼ਾ ਹੀ ਹੋਵੇ ਚੜ੍ਹਦੀ ਕਲਾ। ਸੋ ਦੋਸਤੋ ਸਵਾਗਤ ਹੈ ਤੁਹਾਡਾ ਫੇਰ ਆਪਣੇ ਇੱਕ ਵਾਰ ਫੇਵਰੇਟ ਚੈਨਲ ਪੀਵੀਐਸ ਕਲਾਸਿਸ ਦੇ ਉੱਪਰ। ਔਰ ਮੈਂ ਪਰਮਵੀਰ ਸਿੰਘ ਲੈ ਕੇ ਹਾਜ਼ਰ ਅੱਜ ਦਾ ਟੌਪਿਕ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਮੌਕ ਟੈਸਟ ਦੇ ਬਾਰੇ, ਕਿਉਂਕਿ ਨਾਇਬ ਤਹਿਸੀਲਦਾਰ ਦਾ ਪੇਪਰ ਜੋ ਹੈ ਉਹ ਕਾਫੀ ਹੁਣ ਜ਼ੋਰ ਫੜ ਰਿਹਾ ਵਾ ਤਿਆਰੀ ਬੱਚਿਆਂ ਦੀ, ਔਰ ਬੱਚੇ ਜੋ ਹੈ ਮੌਕ ਟੈਸਟ ਜਿਹੜੇ ਹੈਗੇ ਅਟੈਂਪਟ ਕਰ ਰਹੇ ਆ, ਰਾਈਟ। ਸੋ ਗੱਲ ਇੱਥੇ ਆ ਜਾਂਦੀ ਹੈ ਕਿ ਜੋ ਮੌਕ ਟੈਸਟ ਦੇ ਦੌਰਾਨ ਅਸੀਂ ਕਿਹੜੇ ਬਲੰਡਰਸ ਨਾ ਕਰੀਏ। what are the 5 blunder that you should not do in the mock test, ਠੀਕ ਹੈ। ਇਹਦੇ ਬਾਰੇ ਆਪਾਂ ਕਰਾਂਗੇ ਅੱਜ ਗੱਲ, ਔਰ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਸਮਝਾਂਗੇ ਕਿ ਮੌਕ ਟੈਸਟ ਹੁੰਦੇ ਕੀ ਆ, ਠੀਕ ਹੈ। ਕਈ ਬੱਚਿਆਂ ਨੂੰ ਇਹੀ ਜੋ ਇੱਕ ਸਿੰਪਲ ਪ੍ਰੈਕਟਿਸ ਟੈਸਟ ਹੈ ਔਰ ਮੌਕ ਟੈਸਟ ਦੇ ਵਿੱਚ ਜਿਹੜਾ ਹੈਗਾ ਡਿਫਰੈਂਸ ਨਹੀਂ ਪਤਾ, ਆਪਾਂ ਥੋੜੀ ਉਹਦੀ ਗੱਲ ਕਰਾਂਗੇ, ਠੀਕ ਹੈ। ਔਰ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਸ ਮੌਕ ਟੈਸਟ ਦਾ ਅਸੀਂ ਮੈਕਸਿਮਮ ਬੈਨੀਫਿਟ ਕਿਸ ਤਰੀਕੇ ਨਾਲ ਉਠਾ ਸਕਦੇ ਹਾਂ, ਔਰ ਇੱਕ ਸਹੀ ਮੌਕ ਟੈਸਟ ਸੀਰੀਜ਼ ਹੈ ਉਹਨੂੰ ਕਿਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਸਿਲੈਕਟ, ਰਾਈਟ। ਸੋ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਜਿਹੜੀ ਗੱਲ ਆਉਂਦੀ ਹੈ ਉਹ ਸਮਝੀਏ ਕਿ ਮੌਕ ਟੈਸਟ ਔਰ ਇੱਕ ਪ੍ਰੈਕਟਿਸ ਟੈਸਟ ਦੇ ਵਿੱਚ ਫਰਕ ਕੀ ਹੈ, ਠੀਕ ਹੈ। ਦੇਖੋ ਮੌਕ ਟੈਸਟ ਜਿਹੜਾ ਹੁੰਦਾ ਵਾ ਇਹ ਬਣਦਾ, ਇਹਦਾ ਪਰਪਸ ਕੀ ਹੈ, ਪਰਪਸ ਹੁੰਦਾ ਵਾ ਐਗਜ਼ਾਮ ਲਾਈਕ ਬਿਲਕੁਲ ਮਾਹੌਲ ਦੇਣ ਦੇ ਲਈ, ਠੀਕ ਹੈ, ਐਗਜ਼ਾਮ ਲਾਈਕ ਇਨਵਾਇਰਮੈਂਟ ਦੇਣ ਦੇ ਲਈ, ਓਕੇ। ਸੋ ਮਤਲਬ ਜੋ ਵੀ ਕੁਐਸਚਨ ਸਾਡੇ ਕੋਲ ਟੈਸਟ ਹੋਵੇ ਬਿਲਕੁਲ ਐਗਜ਼ਾਮ ਦੇ ਫਾਰਮੈਟ ਦੇ ਉੱਤੇ ਹੋਵੇ, ਬੇਸਡ ਔਨ ਐਗਜ਼ਾਮ ਫਾਰਮੈਟ। ਜਿਸ ਤਰੀਕੇ ਨਾਲ ਨਾਇਬ ਤਹਿਸੀਲਦਾਰ ਦੇ ਵਿੱਚ ਆਪਣੇ ਕਿੰਨੇ ਆ ਟੋਟਲ 120 ਕੁਐਸਚਨਸ ਨੇ, 120 ਦੇ ਵਿੱਚੋਂ ਜਿਹੜਾ ਹੈਗਾ ਵਾ ਉਹ 40 ਕੁਐਸਚਨ ਜਿਹੜੇ ਆ ਸਾਡੇ ਉਹ ਸੈਕਸ਼ਨ ਏ ਦੇ ਵਿੱਚੋਂ ਮਤਲਬ ਰੀਜ਼ਨਿੰਗ ਦੇ ਹੋਣੇ ਆ, ਓਕੇ, ਐਂਡ ਪਲੱਸ 80 ਕੁਐਸਚਨ ਜਿਹੜੇ ਹੈਗੇ ਆ ਉਹ ਸਾਡੇ ਕਿਹੜੇ ਹੋਣੇ ਆ, ਜੀਕੇ ਐਂਡ ਕਰੰਟ ਅਫੇਅਰ ਦੇ, ਠੀਕ ਹੈ। ਸੋ ਇਸ ਤਰੀਕੇ ਨਾਲ ਉਸੇ ਫਾਰਮੈਟ ਦੇ ਉੱਤੇ ਹੋਵੇ, ਐਗਜ਼ਾਮ ਦੇ ਫਾਰਮੈਟ ਦੇ ਉੱਤੇ। ਜੇ ਤੁਹਾਨੂੰ ਕੋਈ ਕਹਿ ਦੇਵੇ, ਠੀਕ ਹੈ, ਕਿ ਆਹ 33 ਕੁਐਸਚਨਾਂ ਦਾ ਟੈਸਟ, 40 ਕੁਐਸਚਨ ਦਾ ਟੈਸਟ ਦੇ ਕੇ ਤੁਹਾਨੂੰ ਕਵੇ ਜੀ ਇਹ ਜਿਹੜਾ ਹੈਗਾ ਵਾ ਉਹ ਮੌਕ ਟੈਸਟ ਹੈ ਤੁਹਾਡਾ, ਠੀਕ ਹੈ, ਦਿਸ ਇਜ਼ ਨਾਟ ਮੌਕ ਟੈਸਟ, ਇਹ ਪ੍ਰੈਕਟਿਸ ਟੈਸਟ ਜ਼ਰੂਰ ਹੋ ਸਕਦਾ ਵਾ, ਠੀਕ ਹੈ। ਇਹਦੇ ਨਾਲ ਤੁਹਾਨੂੰ ਜ਼ਰੂਰ ਕੁਐਸਚਨ ਦੀ ਪ੍ਰੈਕਟਿਸ ਹੋ ਜਾਏਗੀ, ਪਰ ਇਹ ਮੌਕ ਟੈਸਟ ਨਹੀਂ ਹੈ। ਮੌਕ ਟੈਸਟ ਉਹ ਹੈ ਜਿਹਦੇ ਵਿੱਚ ਬਿਲਕੁਲ ਤੁਹਾਨੂੰ ਡਿਟੋ ਐਗਜ਼ਾਮ ਵਾਂਗੂ ਜਿਹੜੀ ਹੈਗੀ ਆ ਉਹ ਫਾਰਮੈਟ ਹੋਵੇ, ਐਗਜ਼ਾਮ ਵਾਂਗੂ ਤੁਹਾਨੂੰ ਇੱਕ ਪ੍ਰੈਕਟਿਸ ਹੋਵੇ, ਠੀਕ ਹੈ। ਸੋ ਡਿਫੀਕਲਟੀ ਲੈਵਲ ਵੀ ਜਿਹੜਾ ਹੈਗਾ ਉਹਦਾ ਇਕੁਅਲੈਂਟ ਟੂ ਐਗਜ਼ਾਮ ਹੋਵੇ, ਰਾਈਟ। ਇਹ ਨਹੀਂ ਹੈ ਕਿ ਅਗਰ ਪੀਪੀਐਸਸੀ ਦਾ ਐਗਜ਼ਾਮ ਹੈ ਤਾਂ ਯੂਪੀਐਸਸੀ ਵਾਲਾ ਲੈਵਲ ਪਾਇਆ ਹੋਵੇ, ਠੀਕ ਹੈ। ਇਸ ਤਰੀਕੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਹੈਗੀ ਆ ਉਹ ਜੇ ਇਸ ਤਰੀਕੇ ਨਾਲ ਹੁੰਦਾ ਵਾ ਤਾਂ ਤੁਹਾਡੀ ਥੋੜੀ ਕਹਿ ਲਓ ਕਿ ਮਿਸਗਾਈਡ ਹੋ ਜਾਂਦੀ ਹੈ ਪ੍ਰੈਪਰੇਸ਼ਨ, ਜੇ ਤੁਸੀਂ ਬਹੁਤ ਜ਼ਿਆਦਾ ਡਿਫੀਕਲਟ ਮੌਕ ਟੈਸਟ ਕਰਨ ਲੱਗ ਪਓ, ਠੀਕ ਹੈ, ਜਾਂ ਬਹੁਤ ਜ਼ਿਆਦਾ ਈਜ਼ੀ ਵੀ ਕਰਨ ਲੱਗ ਪਓ, ਠੀਕ ਹੈ। ਸੋ ਮੌਕ ਟੈਸਟ ਦਾ ਜਿਹੜਾ ਡਿਫੀਕਲਟ ਲੈਵਲ ਹੈ ਉਹ ਵੀ ਐਗਜ਼ਾਮ ਦੇ ਜਿਹੜੇ ਹੈਗੇ ਆ ਉਹ ਇਕੁਅਲੈਂਟ ਹੁੰਦਾ ਵਾ ਲਗਭਗ, ਠੀਕ ਹੈ। ਅਗਲਾ ਜਿਹੜਾ ਕੁਐਸਚਨ ਆਉਂਦਾ ਹੈ ਉਹ ਆਉਂਦਾ ਹੈ ਕਵਰ ਆਲ ਸਬਜੈਕਟ, ਸਾਰੇ ਸਬਜੈਕਟਸ ਕਵਰ ਹੋਣੇ ਚਾਹੀਦੇ ਆ, ਠੀਕ ਹੈ, ਓਕੇ। ਸੋ ਲਾਈਕ ਮਤਲਬ ਕਿ ਜਿਵੇਂ ਜੀਕੇ ਦੇ ਵਿੱਚ ਹੈ ਉਹਦੇ ਵਿੱਚ ਹਿਸਟਰੀ, ਇਕੋਨਮੀ, ਪੋਲਿਟੀ, ਜੀਓਗ੍ਰਾਫੀ, ਸਾਇੰਸ, ਇਨਵਾਇਰਮੈਂਟ, ਕਰੰਟ ਅਫੇਅਰਸ, ਪੰਜਾਬ ਜੀਕੇ, ਠੀਕ ਹੈ, ਇਹ ਸਾਰਾ ਕੁਝ ਜਿਹੜਾ ਹੈਗਾ ਉਹਦੇ ਅੰਦਰ ਹੋਣੇ ਚਾਹੀਦੇ ਆ, ਠੀਕ ਹੈ। ਫਿਰ ਜੋ ਗੱਲ ਆਉਂਦੀ ਹੈ ਕਿ ਕੁਐਸਚਨ ਵੇਟੇਜ ਇਕੁਅਲੈਂਟ ਟੂ ਐਗਜ਼ਾਮ, ਕੁਐਸਚਨ ਵੇਟੇਜ ਵੀ ਐਗਜ਼ਾਮ ਦੇ ਇਕੁਅਲੈਂਟ ਹੋਵੇ। ਜਿਸ ਤਰੀਕੇ ਨਾਲ ਹੁਣ ਦੇਖੋ ਰੀਜ਼ਨਿੰਗ ਦੇ ਜਿਹੜੇ ਹੈਗੇ ਸਾਡੇ ਆਪਣੇ ਜੋ ਸੈਕਸ਼ਨ ਏ ਹੋਣਾ ਉਹਦੇ ਅੰਦਰ 40 ਕੁਐਸਚਨ ਹੋਣੇ ਆ, ਠੀਕ ਹੈ। ਸੋ 40 ਕੁਐਸਚਨ ਦੇ ਅੰਦਰ ਇਹ ਨਹੀਂ ਹੈ ਕਿ 40 ਕੁਐਸਚਨ ਦੇ ਵਿੱਚ ਦੇਖੋ ਕੁਆਂਟ ਵੀ ਆਉਣਾ ਵਾ, ਮਤਲਬ ਮੈਥਸ ਵੀ ਆਉਣਾ ਉਹਦੇ ਵਿੱਚ, ਠੀਕ ਹੈ, ਓਕੇ, ਐਂਡ ਪਲੱਸ ਹੋਰ ਕੀ ਆਉਣਾ ਵਾ, ਰੀਜ਼ਨਿੰਗ ਵੀ ਆਉਣੀ ਆ, ਵਰਬਲ ਰੀਜ਼ਨਿੰਗ, ਠੀਕ ਹੈ। ਸੋ ਇਹ ਕੋਈ ਇਦਾਂ ਨਾ ਹੋਵੇ ਕਿ ਬਿਲਕੁਲ ਜਿਹੜਾ ਹੈਗਾ ਉਹ ਕੁਆਂਟ ਹੀ ਹੋਵੇ, ਸਾਰੇ 40 ਦੇ 40 ਕੁਐਸਚਨ ਜਾਂ 35 ਕੁਐਸਚਨ ਕੁਆਂਟ ਦੇ ਹੋਣ, ਰੀਜ਼ਨਿੰਗ ਦੇ ਸਿਰਫ 5 ਕੁਐਸਚਨ ਹੋਣ, ਠੀਕ ਹੈ। ਇਹ ਵੇਟੇਜ ਇਕੁਅਲੈਂਟ ਨਹੀਂ ਹੈ, ਰਾਈਟ। ਜਾਂ ਕਹਿ ਲਓ ਕਿ ਵਾਈਸ ਵਰਸਾ ਨਾ ਹੋਵੇ ਕਿ ਰੀਜ਼ਨਿੰਗ ਦੇ ਬਹੁਤ ਜ਼ਿਆਦਾ ਉਹਦੇ ਵਿੱਚ ਜਿਹੜੀ ਹੈਗੀ ਆ ਵੇਟੇਜ ਹੈ ਪਰ ਕੁਆਂਟ ਦੇ ਕੁਐਸਚਨ ਬਹੁਤ ਘੱਟ ਆ, ਠੀਕ ਹੈ। ਸੋ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਬੈਲੈਂਸ ਖਰਾਬ ਹੋ ਜਾਂਦਾ ਵਾ, ਠੀਕ ਹੈ। ਉਹ ਇੱਕ ਮੌਕ ਟੈਸਟ ਵਾਲੀ ਚੀਜ਼ ਨਹੀਂ ਰਹਿ ਜਾਂਦੀ। ਸੋ ਵੇਟੇਜ ਵੀ ਇਕੁਅਲੈਂਟ ਟੂ ਐਗਜ਼ਾਮ ਦੇ ਵਿੱਚ ਜੋ ਵੇਟੇਜ ਜਿਸ ਤਰੀਕੇ ਨਾਲ ਰਹਿੰਦੀ ਹੈ, ਠੀਕ ਹੈ, ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਵਾ ਹੋਵੇ ਤਾਂ ਉਹ ਮੌਕ ਟੈਸਟ ਹੈਗਾ, ਰਾਈਟ। ਸੋ ਇਹ ਇੱਕ ਪ੍ਰੈਕਟਿਸ ਟੈਸਟ ਤਾਂ ਕੋਈ ਵੀ ਹੋ ਸਕਦਾ, ਸਿੰਪਲੀ ਕੋਈ 20 ਕੁਐਸਚਨ ਦਾ ਹੋ ਸਕਦਾ ਹੈ, 40 ਕੁਐਸਚਨ ਦਾ ਹੋ ਸਕਦਾ ਹੈ, 100 ਕੁਐਸਚਨ ਦਾ ਹੋ ਸਕਦਾ ਹੈ, ਉਹ ਸਾਰੇ ਤੁਹਾਡੀ ਪ੍ਰੈਕਟਿਸ ਕਰਾ ਦੇਣਗੇ, ਓਕੇ। ਉਹ ਕੁਐਸਚਨ ਕਰਨ ਦਾ ਵੀ ਆਫ ਕੋਰਸ ਬੈਨੀਫਿਟ ਹੈਗਾ ਵਾ, ਓਕੇ। ਬਟ ਮੌਕ ਟੈਸਟ ਦਾ ਮਤਲਬ ਐਕਚੁਅਲ ਦੇ ਵਿੱਚ ਕੀ ਹੁੰਦਾ ਵਾ, ਮੌਕ ਟੈਸਟ ਦੀ ਅਗਰ ਕਹਿ ਲਓ ਕਿ ਜ਼ਰੂਰਤ ਕਿਉਂ ਹੁੰਦੀ ਹੈ, ਕਿਉਂਕਿ ਦੇਖੋ ਅਸੀਂ ਐਗਜ਼ਾਮ ਦੇ ਵਿੱਚ ਕਈ ਹੈ ਨਾ, ਐਗਜ਼ਾਮ ਦੇ ਵਿੱਚ ਅਸੀਂ ਜਦੋਂ ਬਿਲਕੁਲ ਅਗਰ ਮੌਕ ਟੈਸਟ ਦੀ ਪ੍ਰੈਕਟਿਸ ਨਾ ਕੀਤੀ ਹੋਵੇ ਤਾਂ ਅਸੀਂ ਕਈ ਉੱਥੇ ਜਾ ਕੇ ਬਲੰਡਰ ਕਰ ਦਿੰਦੇ ਹਾਂ, ਠੀਕ ਹੈ। ਕੋਈ ਇਹੋ ਜਿਹੀਆਂ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਤੁਸੀਂ ਮਤਲਬ ਈਜ਼ੀਲੀ ਜਿਹੜੀਆਂ ਹੈਗੀਆਂ ਜਿਹੜੀਆਂ ਤੁਸੀਂ ਹੈਂਡਲ ਕਰ ਸਕਦੇ ਸੀਗੇ, ਓਕੇ। ਸੋ ਉਹੀ ਜਦੋਂ ਤੁਸੀਂ 5-6 ਜਿਹੜੇ ਮੌਕ ਟੈਸਟ ਪਹਿਲਾਂ ਕਰ ਜਾਂਦੇ ਆ ਤਾਂ ਤੁਸੀਂ ਉਹ ਤੁਹਾਨੂੰ ਧਿਆਨ ਰਹਿੰਦਾ ਵਾ ਚੀਜ਼ਾਂ ਦਾ ਕਿ ਆਹ ਚੀਜ਼ਾਂ ਇਹ ਬਲੰਡਰ ਮੈਂ ਜਿਹੜੇ ਹੈਗੇ ਨਹੀਂ ਕਰਨੇ, ਠੀਕ ਹੈ। ਔਰ
ਜੇ ਤੁਸੀਂ 5 ਟੈਸਟ ਕਰ ਜਾਂਦੇ ਆ ਤਾਂ ਇਹਦਾ ਮਤਲਬ ਤੁਸੀਂ ਬਲੰਡਰ ਜਿਹੜੇ ਆਪਣੇ ਤੁਸੀਂ ਮੈਂ ਜ਼ਿਆਦਾ ਨਹੀਂ ਕਹਿੰਦਾ ਤੁਸੀਂ ਆਪਣੇ ਘੱਟ ਤੋਂ ਘੱਟ 5 ਬਲੰਡਰ ਜਿਹੜੇ ਹੈਗੇ ਆ ਠੀਕ ਹੈ ਜਾਂ 5 ਕੁਐਸਚਨ ਜਿਹੜੇ ਹੈਗੇ ਆ ਉਹ ਗਲਤ ਹੋਣ ਤੋਂ ਬਚਾ ਲੈਂਦੇ ਆ ਠੀਕ ਹੈ। ਸੋ 5 ਕੁਐਸਚਨ ਗਲਤ ਮਤਲਬ ਸਾਡੇ 12.5 ਨੰਬਰ ਕਿਉਂਕਿ 2.5 ਨੰਬਰ ਦਾ ਇੱਕ ਕੁਐਸਚਨ ਆ 12.5 ਨੰਬਰ ਜਿਹੜੇ ਤੁਸੀਂ ਲਗਭਗ ਆਪਣੇ ਬਚਾ ਲੈਂਦੇ ਆ। ਓਕੇ ਤੁਸੀਂ ਦੇਖੋ ਕਿ 12.5 ਨੰਬਰ ਦਾ ਕਿੱਡਾ ਵੱਡਾ ਰੋਲ ਰਹਿ ਸਕਦਾ ਵਾ ਤੁਹਾਡੀ ਸਿਲੈਕਸ਼ਨ ਦੇ ਵਿੱਚ ਜਾਂ ਤੁਸੀਂ ਜਿਹੜਾ ਹੈਗਾ ਵਾ ਉਹ ਅਗਰ ਤੁਹਾਡਾ ਐਗਜ਼ਾਮ ਨਾ ਕਲੀਅਰ ਹੋਵੇ ਠੀਕ ਹੈ ਤੁਹਾਡੇ ਰੈਂਕ ਦੇ ਉੱਤੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਵਾ 12.5 ਨੰਬਰ ਦੇ ਨਾਲ ਠੀਕ ਹੈ। ਸੋ ਇਹ ਇੰਪੋਰਟੈਂਸ ਹੈ ਇਸ ਮੌਕ ਟੈਸਟ ਦੀ। ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਕਿ ਜੋ 5 ਬਲੰਡਰ ਸਾਨੂੰ ਨਹੀਂ ਕਰਨੇ ਚਾਹੀਦੇ ਮੌਕ ਟੈਸਟ ਕਰਨ ਵੇਲੇ ਠੀਕ ਹੈ। ਪਹਿਲੀ ਗੱਲ ਇਹ ਆ ਕਿ ਸਾਨੂੰ ਸਿੰਪਲੀ ਜਿਹੜਾ ਹੈਗਾ ਲੈਪਟਾਪ ਜਾਂ ਮੋਬਾਈਲ ਦੇ ਉੱਤੇ ਬਹਿ ਕੇ ਨਾ ਅਸੀਂ ਮੌਕ ਟੈਸਟ ਕਰੀਏ। ਜੇ ਤੁਸੀਂ ਮੌਕ ਟੈਸਟ ਕਰ ਰਹੇ ਆ ਪ੍ਰੈਕਟਿਸ ਤਾਂ ਤੁਸੀਂ ਆਫਕੋਰਸ ਕਰ ਸਕਦੇ ਆ ਪਰ ਮੌਕ ਟੈਸਟ ਜਿੱਦਾਂ ਦੱਸਿਆ ਜਿੱਦਾਂ ਐਗਜ਼ਾਮ ਦੇ ਵਿੱਚ ਹੋਣਾ ਵਾ ਉੱਦਾਂ ਹੀ ਆਪਾਂ এনवायरमेंट ਬਣਾਉਣਾ ਤਾਂ ਉਹ ਆਪਾਂ ਪ੍ਰਿੰਟ ਆਊਟ ਲਈਏ ਉਹਨਾਂ ਦੇ ਪ੍ਰੋਪਰ ਠੀਕ ਹੈ ਪ੍ਰੋਪਰ ਪ੍ਰਿੰਟ ਆਊਟ ਲੈ ਕੇ ਠੀਕ ਹੈ ਬੈਠ ਕੇ ਕਰੀਏ ਔਰ ਇੱਕ ਸਿੰਗਲ ਸਿਟਿੰਗ ਦੇ ਵਿੱਚ ਕਰੀਏ। ਇਹ ਨਹੀਂ ਹੈ ਕਿ ਅੱਧਾ ਟੈਸਟ ਜਿਹੜਾ ਹੈਗਾ ਵਾ ਉਹ ਰੋਟੀ ਖਾਣ ਤੋਂ ਪਹਿਲਾਂ ਅੱਧਾ ਟੈਸਟ ਰੋਟੀ ਖਾਣ ਤੋਂ ਬਾਅਦ ਠੀਕ ਹੈ। ਸੋ ਬਿਲਕੁਲ ਜਿੱਦਾਂ ਐਗਜ਼ਾਮ ਦੇ ਵਿੱਚ ਆਪਾਂ ਇੱਕ ਸਿੰਗਲ ਸਿਟਿੰਗ ਦੇ ਅੰਦਰ ਕਰਨਾ ਹੈ ਨਾ ਉਸ ਤਰੀਕੇ ਨਾਲ ਕਰਨਾ ਵਾ ਠੀਕ ਹੈ। ਬਿਲਕੁਲ ਟਾਈਮ ਲਿਮਿਟ ਐਕਸੀਡ ਨਹੀਂ ਕਰਨੀ ਠੀਕ ਹੈ। ਟਾਈਮ ਲਿਮਿਟ ਜਿੱਦਾਂ ਕਿ ਆਪਣੇ ਕਿੰਨਾ ਹੈ ਆਪਣੇ ਕੋਲ 2 ਘੰਟੇ ਦਾ ਟਾਈਮ ਹੈ ਮਤਲਬ 120 ਮਿੰਟ ਆ ਓਕੇ। ਜਦੋਂ ਤੁਸੀਂ ਆਪਣੇ ਮੌਕ ਟੈਸਟ ਕਰਨਾ ਤਾਂ ਤੁਸੀਂ 120 ਦੀ ਜਗ੍ਹਾ ਵੀ 115 ਜਿਹੜਾ ਹੈਗਾ ਵਾ ਉਹ ਤੁਸੀਂ ਮਿੰਟ ਲੈਣੇ ਆ ਕਿਉਂਕਿ 5 ਮਿੰਟ ਜਿਹੜੇ ਹੈਗੇ ਆ ਸਾਡੇ ਫਾਰਮੈਲਿਟੀਜ਼ ਦੇ ਵਿੱਚ ਖਰਾਬ ਹੁੰਦੇ ਆ ਐਗਜ਼ਾਮ ਦੇ ਵਿੱਚ ਹਮੇਸ਼ਾ ਓਕੇ। ਸਟੈਂਪ ਲਵਾ ਲਓ ਵੀਡੀਓਗ੍ਰਾਫਰ ਆ ਗਿਆ ਸਾਈਨ ਕਰਵਾਉਣੇ ਆ ਠੀਕ ਹੈ 100 ਚੀਜ਼ਾਂ ਇਸ ਤਰੀਕੇ ਦੀਆਂ 5 ਮਿੰਟ ਸਾਡੇ 5-7 ਮਿੰਟ ਆਰਾਮ ਨਾਲ ਉੱਥੇ ਖਰਾਬ ਹੁੰਦੇ ਆ। ਸੋ ਤੁਸੀਂ ਅਗਰ ਤੁਸੀਂ ਨੈਬ ਤਹਿਸੀਲਦਾਰ ਦਾ ਜਦੋਂ ਮੌਕ ਟੈਸਟ ਕਰਨਾ ਤੁਸੀਂ 115 ਮਿੰਟ ਦਾ ਜਿਹੜਾ ਹੈਗਾ ਟਾਈਮ ਲਗਾ ਕੇ ਉੱਥੇ ਬੈਠੋ ਓਕੇ। ਐਡ ਇੱਥੇ ਇੱਕ ਗੱਲ ਕਿ ਆਪਣਾ ਸਵਿਚ ਆਫ ਕਰ ਦਿਓ ਮੋਬਾਈਲ ਜਦੋਂ ਟੈਸਟ ਕਰਦੇ ਆ ਕੋਈ ਮੈਸੇਜ ਨਹੀਂ ਕੋਈ ਕੁਛ ਨਹੀਂ ਠੀਕ ਹੈ। ਸਿੰਗਲ ਸਿਟਿੰਗ ਦੇ ਵਿੱਚ ਕਰੋ ਮੋਬਾਈਲ ਸਵਿਚ ਆਫ ਕਰ ਦਿਓ ਤਾਂ ਤੁਹਾਡੀ ਟੈਨਸ਼ਨ ਬਹੁਤ ਘਟ ਜਾਏਗੀ ਓਕੇ। ਤੁਸੀਂ ਬੜੀ ਤਸੱਲੀ ਨਾਲ ਜਿਹੜਾ ਹੈਗਾ ਟੈਸਟ ਕਰ ਸਕਦੇ ਆ ਓਕੇ। ਐਗਜ਼ਾਮ ਬਿਲਕੁਲ ਟਾਈਮ ਲਿਮਿਟ ਦੇ ਅੰਦਰ ਕਰਨਾ ਵਾ ਠੀਕ ਹੈ। ਸੋ ਕਈ ਬੱਚੇ ਜਿਹੜੇ ਹੈਗੇ ਆ ਉਹ ਕਰਦੇ ਹੀ ਨਹੀਂ ਹੈ ਟਾਈਮ ਮਤਲਬ ਮੌਕ ਟੈਸਟ ਨੂੰ ਇੱਕ ਤਰੀਕੇ ਨਾਲ ਖੁੱਲੇ ਤਰੀਕੇ ਨਾਲ ਕਰ ਲਿਆ 3 ਘੰਟੇ ਵੀ ਲੱਗਦੇ 3 ਘੰਟੇ ਵੀ ਲਾ ਦਿੱਤੇ ਆ ਠੀਕ ਹੈ। ਟਾਈਮ ਲਿਮਿਟ ਦੇ ਵਿੱਚ ਟਾਈਮ ਦੇਖ ਕੇ ਜਿਹੜਾ ਹੈਗਾ ਉਹ ਮੌਕ ਟੈਸਟ ਕਰਨਾ। ਫਿਰ ਹੈ ਕਿ ਡੂ ਨੋਟ ਇਗਨੋਰ OMR ਇਗਨੋਰ ਨਹੀਂ ਕਰਨੀ ਠੀਕ ਹੈ। ਇਹ ਨਹੀਂ ਕਿ ਆਪਣੀ ਜੋ ਹੈ ਸ਼ੀਟ ਦੇ ਉੱਤੇ ਹੀ ਟਿਕ ਲਾਤੇ ਓਕੇ। OMR ਜਿਹੜੀ ਹੈਗੀ ਆ ਵਰਤੀ ਨਹੀਂ ਆ OMR ਨੂੰ ਜ਼ਰੂਰ ਯੂਜ਼ ਕਰਨਾ ਵਾ ਕਿਉਂਕਿ ਤੁਸੀਂ OMR ਦੇ ਉੱਤੇ ਨਿਸ਼ਾਨੀਆਂ ਲਾਉਂਦੇ ਵੀ ਕਈ ਵਾਰ ਗਲਤੀਆਂ ਕਰਦੇ ਆ ਓਕੇ। ਤੁਸੀਂ ਟਿਕ ਮਾਰ ਕੇ ਆਪਣੀ ਜਿਹੜੇ ਨੰਬਰ ਕਾਊਂਟ ਕਰੋਗੇ ਮੰਨ ਲਓ 95 ਬਣਦੇ ਹੋਣਗੇ ਠੀਕ ਹੈ। ਅਗਰ ਪਰ ਤੁਸੀਂ OMR ਦੇ ਉੱਤੇ ਕਰੋਗੇ ਤੁਹਾਡੀ ਇੱਕ ਦੋ ਇੱਥੇ ਗਲਤੀਆਂ ਹੋ ਜਾਣੀਆਂ ਨੰਬਰ ਤੁਹਾਡੇ ਜਿਹੜੇ ਹੈਗੇ ਆ ਉਹ 90 ਰਹਿ ਜਾਣੇ ਆ ਜੇ 2 ਗਲਤੀਆਂ ਵੀ ਹੋ ਗਈਆਂ ਓਕੇ। ਸੋ ਇਸ ਕਰਕੇ OMR ਨੂੰ ਵੀ ਬਿਲਕੁਲ ਐਗਜ਼ਾਮ ਲਾਈਕ ਕਿਉਂਕਿ ਆਪਾਂ ਕਹਿੰਦੇ ਕਿ এনवायरमेंट ਬਣਾਉਣਾ ਵਾ ਸੋ OMR ਫਿਲ ਕਰਨੀਆਂ ਨੇ ਠੀਕ ਹੈ। OMR ਟਿਕ ਕਰਨੀਆਂ ਨੇ ਇਹਨਾਂ ਨੂੰ ਇਗਨੋਰ ਨਹੀਂ ਕਰਨਾ। ਦੈਨ ਡੂ ਨਾਟ ਇਗਨੋਰ ਯੂਅਰ ਮਿਸਟੇਕਸ ਇਨ ਦਾ ਮੌਕ ਟੈਸਟ ਬਿਲਕੁਲ ਸਭ ਤੋਂ ਵੱਡੀ ਗੱਲ ਅਸੀਂ ਮੌਕ ਟੈਸਟ ਕਾਹਤੇ ਕਰਦੇ ਪਏ ਆ ਤਾਂ ਕਿ ਅਸੀਂ ਜਿਹੜੀ ਮਿਸਟੇਕਸ ਜਿਹੜੀਆਂ ਸਾਤੋਂ ਹੁੰਦੀਆਂ ਨੇ ਅਸੀਂ ਉਹ ਪੇਪਰ 'ਚ ਨਾ ਕਰੀਏ ਠੀਕ ਹੈ। ਤਾਂ ਇਸ ਕਰਕੇ ਸਿੰਪਲੀ ਇਹ ਨਹੀਂ ਹੈ ਕਿ ਪੇਪਰ ਕਰ ਲਿਆ ਔਰ ਪੇਪਰ ਰੱਖ ਦਿੱਤਾ ਆਪਣੀਆਂ ਮਿਸਟੇਕਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਨੋਟ ਕਰਨਾ ਵਾ ਓਬਜ਼ਰਵ ਕਰਨਾ ਵਾ ਤੇ ਉਹਨਾਂ ਨੂੰ ਰੈਕਟੀਫਾਈ ਕਰਨਾ ਵਾ ਓਕੇ। ਉਹੋ ਹੀ ਐਗਜ਼ਾਮ ਦੇ ਵਿੱਚ ਦੁਬਾਰਾ ਨਹੀਂ ਕਰਨੀਆਂ। ਹੁਣ ਮਿਸਟੇਕ ਕਿਹੜੀਆਂ ਹੋ ਸਕਦੀਆਂ ਕਿੱਦਾਂ ਦੀਆਂ ਹੋ ਸਕਦੀਆਂ ਇਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ ਠੀਕ ਹੈ। ਸੋ ਇੱਥੇ ਦੇਖੋ ਕਿ ਹੁਣ ਆਪਾਂ ਗੱਲ ਕਰਨੀ ਹੈ ਕਿ ਹਾਊ ਟੂ ਗੇਨ ਮੈਕਸਿਮਮ ਬੈਨੀਫਿਟ ਠੀਕ ਹੈ। ਮੈਕਸਿਮਮ ਬੈਨੀਫਿਟ ਅਸੀਂ ਕਿਸ ਤਰੀਕੇ ਨਾਲ ਜਿਹੜਾ ਹੈਗਾ ਵਾ ਉਹ ਪ੍ਰਾਪਤ ਕਰ ਸਕਦੇ ਹਾਂ ਮੌਕ ਟੈਸਟ ਸੀਰੀਜ਼ ਦੇ ਉੱਤੋਂ ਓਕੇ। ਸੋ ਮੈਕਸਿਮਮ ਬੈਨੀਫਿਟ ਤਾਂ ਹੀ ਕਰ ਸਕਦੇ ਹਾਂ ਜੇ ਆਪਾਂ ਜਿਹੜੀਆਂ ਆਪਣੀਆਂ ਮਿਸਟੇਕਸ ਆ ਉਹਨੂੰ ਜਿਹੜਾ ਹੈਗਾ ਵਾ ਰੈਕਟੀਫਾਈ ਕਰ ਲਈਏ। ਸੋ ਉਹਦੇ ਵਿੱਚ ਮੇਨ ਚੀਜ਼ ਕੀ ਆਉਂਦੀ ਹੈ ਪਹਿਲੀ ਗੱਲ ਕੀ ਆ ਸਾਡੀ ਟਾਈਮ ਮੈਨੇਜਮੈਂਟ ਇੰਪਰੂਵ ਕਰਨਾ। ਜਦੋਂ ਤੁਹਾਡਾ ਜਿਹੜਾ ਹੈਗਾ ਵਾ ਉਹ ਪੇਪਰ ਤੁਸੀਂ ਮੌਕ ਟੈਸਟ ਕਰਨਾ ਵਾ ਤਾਂ ਤੁਸੀਂ ਦੇਖਣਾ ਵਾ ਕਿ ਜਿਹੜੇ ਮੇਰੇ ਅੱਧੇ ਘੰਟੇ ਦੇ ਵਿੱਚ ਪਹਿਲੇ 30 ਮਿੰਟ ਦੇ ਵਿੱਚ ਕਿੰਨੇ ਕੁਐਸਚਨ ਹੋ ਰਹੇ ਆ ਠੀਕ ਹੈ। 60 ਮਿੰਟ ਦੇ ਵਿੱਚ ਕਿੰਨੇ ਕੁਐਸਚਨ ਹੋ ਰਹੇ ਆ 90 ਮਿੰਟ 'ਚ ਕਿੰਨੇ ਕੁਐਸਚਨ ਹੋ ਰਹੇ ਆ 120 ਮਿੰਟ ਦੇ ਵਿੱਚ 115 ਮਿੰਟ 'ਚ ਤੁਹਾਡੇ ਕਿੰਨੇ ਕੁਐਸਚਨ ਹੋ ਰਹੇ ਆ ਤੁਸੀਂ ਉਹਦੀ ਇੱਕ ਜਿਹੜੀ ਹੈਗੀ ਆ ਇਸ ਤਰੀਕੇ ਨਾਲ ਉਹਦਾ ਟੇਬਲ ਬਣਾ ਲਓ ਠੀਕ ਹੈ। ਸੋ ਤੁਹਾਨੂੰ ਜੇ ਤੁਸੀਂ ਦੇਖੋ ਕਿ ਤੁਹਾਨੂੰ ਇੱਥੇ ਲੱਗ ਰਿਹਾ ਵਾ ਕਿ ਤੁਹਾਡੇ ਜਿਹੜੇ 60 ਮਿੰਟਾਂ ਦੇ ਵਿੱਚ 70 ਕੁਐਸਚਨ ਹੋ ਜਾਂਦੇ ਆ ਓਕੇ। ਸੋ ਮੰਨ ਲਓ ਹੁਣ ਜਿੱਦਣ ਤੁਹਾਡਾ ਐਗਜ਼ਾਮ ਹੈ ਠੀਕ ਹੈ ਫਾਈਨਲ ਐਗਜ਼ਾਮ ਹੈ ਜੇ ਉਦੋਂ ਤੁਹਾਡੇ 60 ਕੁਐਸਚਨਾਂ ਦੇ ਵਿੱਚੋਂ ਪਹਿਲੇ 60 ਮਿੰਟਾਂ ਦੇ ਵਿੱਚ ਤੁਹਾਡੇ ਜੇ ਉਸ ਟਾਈਮ ਜਿਹੜੇ ਹੈਗੇ ਆ ਬਿਲਕੁਲ 55 ਕੁਐਸਚਨਸ ਹੀ ਹੋ ਜਾਣ ਤਾਂ ਤੁਹਾਨੂੰ ਉੱਥੇ ਅਲਰਟ ਹੋ ਜਾਓਗੇ ਤੁਸੀਂ ਕਿ ਨਹੀਂ ਤੁਸੀਂ ਪਿੱਛੇ ਆ ਤੁਹਾਡੇ ਕੋਲ ਟਾਈਮ ਘੱਟ ਰਿਹਾ ਵਾ ਤੁਹਾਨੂੰ ਹੋਰ ਜਿਹੜੀ ਹੈਗੀ ਹੈ ਸਪੀਡ ਖਿੱਚਣ ਦੀ ਜ਼ਰੂਰਤ ਹੈਗੀ ਹੈ ਰਾਈਟ। ਸੋ ਇਸ ਤਰੀਕੇ ਨਾਲ ਤੁਸੀਂ ਆਪਣੀ ਟਾਈਮ ਮੈਨੇਜਮੈਂਟ ਜਿਹੜੀ ਹੈਗੀ ਇਹ ਤੋਂ ਕਰ ਸਕਦੇ ਆ
ओके मोर एवर तुसीं देख सकते हैं कि पहला मैं सैक्शन ए अटैम्प्ट करा या पहला मैं सैक्शन बी अटैम्प्ट करा ओके क्योंकि जो है सैक्शन ए ਦੇ ਵਿੱਚ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਰੀਜ਼ਨਿੰਗ ਪਾਰਟ ਹੈ ਪਜ਼ਲਸ ਹੁੰਦੀਆਂ ਨੇ ਕਾਫੀ ਕੈਲਕੂਲੇਸ਼ਨਸ ਹੁੰਦੀਆਂ ਨੇ ਠੀਕ ਹੈ ਸੋ ਇਹਦੇ ਵਿੱਚ ਤੁਹਾਨੂੰ ਜ਼ਿਆਦਾ ਟਾਈਮ ਲੱਗ ਸਕਦਾ ਹੋ ਸਕਦਾ ਤੁਹਾਨੂੰ ਇਹਦੇ ਵਿੱਚ 80 ਮਿੰਟ ਲੱਗਦੇ ਹੋਣ ਠੀਕ ਹੈ ਸੈਕਸ਼ਨ ਬੀ ਜਿਹੜਾ ਹੈਗਾ ਵਾ ਉਹਦੇ ਵਿੱਚ ਸਿੱਧੇ ਸਿੱਧੇ ਕਿਉਂਕਿ ਕੁਐਸਚਨ ਹੁੰਦੇ ਆ ਔਰ ਕੁਐਸਚਨ ਆਉਂਦਾ ਵਾ ਤਾਂ ਠੀਕ ਹੈ ਨਹੀਂ ਆਉਂਦਾ ਤਾਂ ਅਸੀਂ ਕੋਈ ਕੈਲਕੂਲੇਸ਼ਨ ਜਾਂ ਕੁਝ ਇਹੋ ਜਿਹਾ ਉੱਥੇ ਜ਼ਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ ਪੈਂਦੀ ਸੋ ਹੋ ਸਕਦਾ ਹੈ ਤੁਹਾਡਾ 40 ਮਿੰਟ ਦੇ ਵਿੱਚ ਹੋ ਜਾਂਦਾ ਹੋਵੇ ਓਕੇ ਸੋ ਇਸ ਕੇਸ ਦੇ ਵਿੱਚ ਬੈਨੀਫਿਟ ਕੀ ਆ ਕਿ ਪਹਿਲਾਂ ਆਪਾਂ ਸੈਕਸ਼ਨ ਬੀ ਅਟੈਂਪਟ ਕਰੀਏ ਸੈਕਸ਼ਨ ਏ ਜਿਹੜਾ ਹੈਗਾ ਉਹ ਬਾਅਦ ਚ ਅਟੈਂਪਟ ਕਰੀਏ ਕਿਉਂਕਿ ਸੈਕਸ਼ਨ ਬੀ ਦੇ ਵਿੱਚ ਅਸੀਂ 40 ਮਿੰਟਾਂ ਦੇ ਵਿੱਚ ਕਿੰਨੇ ਕੁਐਸਚਨ ਕਰ ਸਕਦੇ ਆ 80 ਕੁਐਸਚਨ ਹੁੰਦੇ ਆ ਹਨਾ 40 ਮਿੰਟਾਂ 'ਚ ਇੱਥੇ ਅਸੀਂ 80 ਕੁਐਸਚਨ ਕਰ ਲੈਂਦੇ ਆ ਔਰ ਇੱਥੇ ਅਸੀਂ 80 ਮਿੰਟਾਂ 'ਚ 40 ਕਰਦੇ ਆ ਰਾਈਟ ਓਕੇ ਸੋ ਜੇ ਸਾਡੇ ਕੋਲ ਮੰਨ ਲਓ ਕਿ ਟਾਈਮ ਘਟ ਗਿਆ ਓਕੇ ਤਾਂ ਸਾਡੇ ਇਹ 80 ਮਤਲਬ ਐਂਡ ਦੇ ਉੱਤੇ ਹੋ ਸਕਦਾ ਕਿ 80 ਕੁਐਸਚਨਾਂ ਦੇ ਵਿੱਚੋਂ 10-20 ਕੁਐਸਚਨ ਛੁੱਟ ਜਾਣ ਸੋ ਇਹ ਇੱਕ ਬੈਟਰ ਸਟ੍ਰੈਟਜੀ ਹੋ ਸਕਦੀ ਹੈ ਕਿ ਪਹਿਲਾਂ ਸੈਕਸ਼ਨ ਬੀ ਨੂੰ ਅਟੈਂਪਟ ਕਰੋ ਜੇ ਤੁਹਾਨੂੰ ਟਾਈਮ ਦੀ ਸ਼ਾਰਟੇਜ ਆਉਂਦੀ ਹੈ ਰਾਈਟ ਸੋ ਅਗਲਾ ਸੈਕੰਡ ਜਿਹੜੀ ਹੈਗੀ ਆ ਉਹਦੇ ਵਿੱਚ ਕੀ ਹੈ ਕਿ ਅੰਡਰਸਟੈਂਡ ਸੋਲੂਸ਼ਨਸ ਆਫ ਰੋਂਗਲੀ ਆਨਸਰਡ ਕੁਐਸਚਨ ਜਿਹੜੇ ਤੁਹਾਡੇ ਕੁਐਸਚਨ ਗਲਤ ਹੋਏ ਆ ਜਾਂ ਜਿਹੜੇ ਤੁਸੀਂ ਤੁੱਕੇ ਲਾਏ ਸੀਗੇ ਪਰ ਸਹੀ ਹੋਏ ਆ ਠੀਕ ਹੈ ਤੁੱਕੇ ਵਾਲੇ ਵੀ ਕੁਐਸਚਨ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਤੁਸੀਂ ਸੋਲੂਸ਼ਨ ਚੈੱਕ ਕਰੋ ਉਹਨਾਂ ਨੂੰ ਅੰਡਰਸਟੈਂਡ ਕਰੋ ਓਕੇ ਇਹਦੇ ਵਿੱਚ ਦੇਖੋ ਹੁਣ ਦੋ ਕੇਸ ਹੋ ਸਕਦੇ ਆ ਇਹਨੂੰ ਮੈਂ ਥੋੜਾ ਇਰੇਜ਼ ਕਰਦਾ ਪਿਛਲੇ ਨੂੰ ਠੀਕ ਹੈ ਇਸ ਤੋਂ ਦੋ ਇਹਦੇ ਵਿੱਚ ਵੀ ਦੋ ਕੇਸ ਹੋ ਸਕਦੇ ਪਹਿਲਾ ਕੇਸ ਕੀ ਹੋ ਸਕਦਾ ਵਾ ਕਿ ਜਿਹੜੇ ਤੁਹਾਡੇ ਫੈਮਿਲੀਅਰ ਟੌਪਿਕ ਸੀਗੇ ਉਹਦੇ ਵਿੱਚੋਂ ਕੋਈ ਕੁਐਸਚਨ ਸੀਗਾ ਤੇ ਉਹ ਗਲਤ ਹੋਇਆ ਦੂਸਰਾ ਕੇਸ ਕੀ ਹੋ ਸਕਦਾ ਕਿ ਅਨਫੈਮਿਲੀਅਰ ਟੌਪਿਕ ਦੇ ਬਾਰੇ ਜ਼ਿਆਦਾ ਪਤਾ ਹੀ ਨਹੀਂ ਆ ਪੜਿਆ ਹੀ ਨਹੀਂ ਆ ਠੀਕ ਹੈ ਉਹ ਗਲਤ ਹੋ ਸਕਦਾ ਵਾ ਦੇਖੋ ਜਿਹੜੇ ਫੈਮਿਲੀਅਰ ਵਾਲਾ ਕੁਐਸਚਨ ਅਗਰ ਤੁਹਾਡੇ ਜ਼ਿਆਦਾ ਕੁਐਸਚਨ ਫੈਮਿਲੀਅਰ ਵਾਲੇ ਆ ਉਹ ਗਲਤ ਹੋ ਰਹੇ ਆ ਇਹਦਾ ਮਤਲਬ ਕੀ ਆ ਕਿ ਤੁਹਾਡੀ ਰਿਵੀਜ਼ਨ ਦੇ ਵਿੱਚ ਕਮੀ ਆ ਓਕੇ ਜੇ ਅਨਫੈਮਿਲੀਅਰ ਜਿਹੜੇ ਕੁਐਸਚਨ ਆ ਉਹ ਗਲਤ ਹੋ ਮਤਲਬ ਅਨਫੈਮਿਲੀਅਰ ਕੁਐਸਚਨ ਸੀ ਤੁਹਾਡੇ ਹਨਾ ਸੋ ਉਹ ਤੁਹਾਨੂੰ ਨਹੀਂ ਆਉਂਦੇ ਸੀਗੇ ਤਾਂ ਉਹ ਆ ਰਹੇ ਇਹਦਾ ਮਤਲਬ ਕੀ ਆ ਕਿ ਤੁਹਾਡੀ ਕਵਰੇਜ ਦੇ ਵਿੱਚ ਇਸ਼ੂ ਆ ਠੀਕ ਹੈ ਕਿ ਤੁਹਾਡੀ ਕਵਰੇਜ ਮਤਲਬ ਤੁਸੀਂ ਜਿਹੜੇ ਹੈਗੇ ਬਹੁਤ ਸਾਰੇ ਟੌਪਿਕ ਛੱਡੇ ਹੋਏ ਆ ਕਵਰ ਹੀ ਨਹੀਂ ਕੀਤੇ ਓਕੇ ਸੋ ਫਿਰ ਤੁਹਾਨੂੰ ਆਪਣੀ ਕਵਰੇਜ ਜਿਹੜੀ ਵਧਾਉਣ ਦੀ ਜ਼ਰੂਰਤ ਪੈਣੀ ਹੈ ਰਾਈਟ ਔਰ ਜੋ ਇਹਨਾਂ ਦੇ ਤੁਸੀਂ ਸੋਲੂਸ਼ਨ ਚੈੱਕ ਕਰਨੇ ਆ ਠੀਕ ਹੈ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਿੰਪਲੀ ਜਿਹੜਾ ਹੈਗਾ ਵਾ ਟੈਸਟ ਦਿੱਤਾ ਆਪਣੇ ਨੰਬਰ ਬਣਾਏ 300 ਦੇ ਵਿੱਚੋਂ ਮੇਰੇ 200 ਨੰਬਰ ਆਏ ਆ ਓਕੇ ਔਰ ਟੈਸਟ ਜਿਹੜਾ ਹੈਗਾ ਉਹ ਰੱਖ ਦਿੱਤਾ ਨਹੀਂ ਦੇਖੋ ਮੇਰੇ ਕਿਹੜੇ ਕੁਐਸਚਨ ਗਲਤ ਹੋਏ ਆ ਉਹ ਗਲਤ ਕੁਐਸਚਨ ਹੀ ਤਾਂ ਤੁਹਾਡੀ ਮੇਨ ਉਹਦੇ ਵਿੱਚੋਂ ਗੇਨ ਹੋਣਾ ਵਾ ਓਕੇ ਉਹ ਕੁਐਸਚਨ ਜਿਹੜੇ ਉਹਨਾਂ ਦੇ ਤੁਸੀਂ ਸੋਲੂਸ਼ਨ ਚੈੱਕ ਕਰਨੇ ਆ ਰਾਈਟ ਫਿਰ ਅੱਗੇ ਗੱਲ ਕਰਦੇ ਆ ਨੋਟ ਡਾਊਨ ਯੂਰ ਬਲੰਡਰਸ ਐਂਡ ਵਰਕ ਟੂ ਰਿਡਿਊਸ them ਰਾਈਟ ਉਹ ਇਹਦੇ ਬਾਰੇ ਵੀ ਇੱਕ ਵਾਰੀ ਇਰੇਜ਼ ਕਰਦਾ ਪਹਿਲਾਂ ਮੈਂ ਸੋ ਬਲੰਡਰਸ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਬਲੰਡਰ ਕੀ ਹੁੰਦੇ ਆ ਜਿਹਦੇ ਸਾਨੂੰ ਮਤਲਬ ਕਿ ਇਸ ਤਰੀਕੇ ਨਾਲ ਹੋ ਜਾਂਦਾ ਵਾ ਕਈ ਕੁਐਸਚਨ ਤੁਸੀਂ ਵੀ ਦੇਖਿਆ ਹੋਊਗਾ ਅਸੀਂ ਪਹਿਲੇ ਟੈਸਟ ਦਿੱਤੇ ਆ ਪੇਪਰ ਦੇ ਵਿੱਚੋਂ ਕਈ ਕੁਐਸਚਨ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੀ ਸਾਨੂੰ ਨੌਲੇਜ ਹੁੰਦੀ ਆ ਉਹ ਸਾਨੂੰ ਆਉਂਦੇ ਹੁੰਦੇ ਆ ਬਟ ਆਉਂਦੇ ਹੋਏ ਵੀ ਉਹ ਕੁਐਸਚਨ ਜਿਹੜੇ ਹੈਗੇ ਆ ਉਹ ਗਲਤ ਹੋ ਜਾਂਦੇ ਆ ਠੀਕ ਹੈ ਕਿਉਂ ਗਲਤ ਹੋ ਜਾਂਦੇ ਆ ਕਿਉਂਕਿ ਅਸੀਂ ਕੁਝ ਬਲੰਡਰ ਕਰਦੇ ਆ ਠੀਕ ਹੈ ਬਲੰਡਰਸ ਦੀ ਅਗਰ ਮੈਂ ਗੱਲ ਕਰਾਂ ਤਾਂ ਬਲੰਡਰ ਮੈਂ ਚਾਰ ਟਾਈਪਸ ਦੇ ਵਿੱਚ ਮੈਂ ਕਲਾਸੀਫਾਈ ਕਰ ਸਕਦਾ ਵਾਂ ਪਹਿਲੇ ਬਲੰਡਰ ਕੀ ਹੁੰਦਾ ਵਾ ਰਾਈਟ ਪਹਿਲਾ ਬਲੰਡਰ ਇਹ ਹੁੰਦਾ ਵਾ ਕਿ ਤੁਸੀਂ ਆਪਣੀ OMR ਦੇ ਉੱਤੇ ਰੋਂਗ ਮਾਰਕ ਕਰ ਦਿੱਤਾ ਠੀਕ ਹੈ OMR ਦੇ ਉੱਤੇ ਰੋਂਗ ਮਾਰਕਿੰਗ ਕਰ ਦਿੱਤੀ ਦੂਸਰਾ ਬਲੰਡਰ ਕੀ ਹੋ ਸਕਦਾ ਵਾ ਕਿ ਤੁਸੀਂ ਕੁਐਸਚਨ ਅੰਡਰਸਟੈਂਡ ਹੀ ਨਹੀਂ ਕੀਤਾ ਸਹੀ ਤਰ੍ਹਾਂ ਕਾਲੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਕੁਐਸਚਨ ਜਿਹੜਾ ਹੈਗਾ ਵਾ ਉਹ ਜਾਂ ਆਪਸ਼ਨ ਉਹਦਾ ਕੋਈ ਚੰਗੀ ਇਸ ਤਰ੍ਹਾਂ ਅੰਡਰਸਟੈਂਡ ਨਹੀਂ ਕੀਤਾ ਤਾਂ ਤੁਸੀਂ ਗਲਤ ਮਾਰਕ ਕਰਕੇ ਠੀਕ ਹੈ ਤੀਸਰਾ ਜਿਹੜਾ ਹੈਗਾ ਵਾ ਉਹ ਹੁੰਦਾ ਵਾ ਬਲੰਡਰ ਜਦੋਂ ਕੁਐਸਚਨ ਹੁੰਦਾ ਨਾਟ ਕਰੈਕਟ ਦਾ ਠੀਕ ਹੈ ਨਾਟ ਕਰੈਕਟ ਦਾ ਜਿੱਦਾਂ ਤੁਹਾਨੂੰ ਮੈਂ ਐਗਜ਼ਾਮਪਲ ਦਿਖਾਉਣਾ ਵਾ ਜਿੱਦਾਂ ਹੁਣ ਇਹ ਕੁਐਸਚਨ ਆ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟ ਠੀਕ ਹੈ ਮਹਾਤਮਾ ਗਾਂਧੀ ਵਾਸ ਬੋਰਨ ਇਨ 1869 ਬਾਈ ਪ੍ਰੋਫੈਸ਼ਨ ਹੀ ਵਾਸ ਐਨ ਅਕਾਊਂਟੈਂਟ ਹੁਣ ਦੇਖੋ ਤੁਹਾਨੂੰ ਪਤਾ ਵਾ ਵੀ ਮਹਾਤਮਾ ਗਾਂਧੀ ਦਾ ਜਨਮ 1869 ਚ ਹੋਇਆ ਸੀ ਤੁਹਾਨੂੰ ਇਹ ਵੀ ਪਤਾ ਵਾ ਕਿ ਉਹ ਅਕਾਊਂਟੈਂਟ ਨਹੀਂ ਸੀ ਬਲਕਿ ਉਹ ਲਾਇਰ ਸੀਗੇ ਓਕੇ ਪਰ ਤੁਸੀਂ ਯਾਰ ਨਾਟ ਕਰੈਕਟ ਨੂੰ ਜਿਹੜਾ ਹੈਗਾ ਉਹ ਇਗਨੋਰ ਕਰ ਦਿੱਤਾ ਦੇਖਿਆ ਹੀ ਨਹੀਂ ਇੱਥੇ ਆਨਸਰਾਂ ਦੇ ਵਿੱਚ ਆਏ ਕਿਹੜਾ ਸਹੀ ਆ ਸਾਡੀ ਫਰਸਟ ਸਟੇਟਮੈਂਟ ਸਹੀ ਆ ਆਪਸ਼ਨ ਏ ਲਾਤਾ ਰਾਈਟ ਜਦ ਕਿ ਉਹਨੇ ਤਾਂ ਪੁੱਛਿਆ ਨਾਟ ਕਰੈਕਟ ਮਤਲਬ ਨਾਟ ਕਰੈਕਟ ਵਾਲਾ ਤਾਂ ਆਪਸ਼ਨ ਬੀ ਬਣਨਾ ਚਾਹੀਦਾ ਵਾ ਰਾਈਟ ਸੋ ਇੱਥੇ ਜਿਹੜਾ ਹੈਗਾ ਵਾ ਤੁਸੀਂ ਉਹ ਬਲੰਡਰ ਕਰ ਜਾਂਦੇ ਆ ਤੁਹਾਨੂੰ ਪਤਾ ਸੀਗਾ ਵੀ ਇਹ ਸਟੇਟਮੈਂਟ ਸਹੀ ਆ ਇਹ ਗਲਤ ਆ ਬਟ ਇਹਦੇ ਬਾਵਜੂਦ ਤੁਸੀਂ ਕਰ ਜਾਂਦੇ ਕੁਐਸਚਨ ਗਲਤ ਅੱਛਾ ਚੌਥੇ ਟਾਈਪ ਦਾ ਜਿਹੜਾ ਬਲੰਡਰ ਹੁੰਦਾ ਉਹ ਹੁੰਦਾ ਫੋਬੀਆ ਤੋਂ ਜਿਹੜਾ ਹੁੰਦਾ ਵਾ ਕਈ ਵਾਰੀ ਇਦਾਂ ਹੁੰਦਾ ਕਿ ਕਈ ਵਾਰੀ ਬਹੁਤ ਸੌਖਾ ਕੁਐਸਚਨ ਆਇਆ ਹੁੰਦਾ ਵਾ ਪਰ ਤੁਹਾਨੂੰ ਇਦਾਂ ਲੱਗਦਾ ਕਿ ਯਾਰ ਨਹੀਂ ਇੰਨਾ ਸੌਖਾ ਕੁਐਸਚਨ ਤਾਂ ਹੋ ਨਹੀਂ ਸਕਦਾ ਠੀਕ ਹੈ ਉਹ ਤੇ ਫੋਬੀਆ ਹੋ ਜਾਂਦਾ ਵਾ
ਤੇ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਸਹੀ ਆਨਸਰ ਜਾਣਦੇ ਹੋਏ ਵੀ ਅਸੀਂ ਮਤਲਬ ਜੋ ਹੈਗਾ ਗਲਤ ਆਨਸਰ ਲਾ ਦਿੰਦੇ ਆ। ਸਾਨੂੰ ਲੱਗਦਾ ਕਿ ਨਹੀਂ ਇੰਨਾ ਸੌਖਾ ਥੋੜੀ ਹੋ ਸਕਦਾ ਵਾ। ਠੀਕ ਹੈ, ਦੇਖੋ ਐਗਜ਼ਾਮ ਦੇ ਵਿੱਚ ਹਰੇਕ ਤਰੀਕੇ ਦੇ ਕੁਐਸਚਨ ਆਉਂਦੇ ਨੇ। ਠੀਕ ਹੈ, ਬਿਲਕੁਲ ਕਈ ਕੁਐਸਚਨ ਬਿਲਕੁਲ ਸਿੰਪਲ ਤੋਂ ਸਿੰਪਲ ਹੁੰਦੇ ਆ, ਜਿਹਨੇ ਕੋਈ ਨਾ ਵੀ ਪੜ੍ਹੀ ਹੋਵੇ, ਕੋਈ ਯੂਪੀਐਸਸੀ ਕਿਤਾਬ ਵੀ ਨਾ ਚੱਕੀ ਹੋਵੇ, ਠੀਕ ਹੈ, ਉਹ ਵੀ ਆਨਸਰ ਕਰ ਸਕਦਾ ਵਾ। ਕਈ ਕੁਐਸਚਨ ਇਦਾਂ ਦੇ ਵੀ ਹੁੰਦੇ ਆ, ਹਰੇਕ ਤਰੀਕੇ ਦੇ ਐਗਜ਼ਾਮ 'ਚ ਕੁਐਸਚਨ ਹੁੰਦੇ ਆ, ਈਜ਼ੀ ਵੀ ਹੁੰਦੇ ਆ, ਠੀਕ ਹੈ, ਬਹੁਤ ਜ਼ਿਆਦਾ ਡਿਫੀਕਲਟ ਵੀ ਹੁੰਦੇ ਆ ਕਿ ਜਿਹਨੂੰ ਕੋਈ ਹੱਥ ਹੀ ਨਹੀਂ ਪਾ ਸਕਦਾ। ਓਕੇ, ਪਰ ਮੀਡੀਅਮ ਲੈਵਲ ਦੇ ਵੀ ਹੁੰਦੇ ਆ। ਸੋ ਇਸ ਕਰਕੇ ਜਿਹੜਾ ਹੈਗਾ ਫੋਬੀਆ ਤੋਂ ਵੀ ਥੋੜਾ ਬਚਣਾ ਹੁੰਦਾ ਵਾ, ਰਾਈਟ। ਇਸ ਤਰੀਕੇ ਦੇ ਤੁਸੀਂ ਬਲੰਡਰ ਜਿਹੜੇ ਹੈਗੇ ਆ ਅਸੀਂ ਕਰਦੇ ਆ। ਠੀਕ ਹੈ, ਸੋ ਇਹ ਬਲੰਡਰ ਜਿਹੜੇ ਹੈਗੇ ਆ ਤੁਸੀਂ ਰਿਡਿਊਸ ਕਰਨਾ ਹੈ। ਔਰ ਜਿੱਦਾਂ ਮੈਂ ਦੱਸਿਆ ਕਿ ਜੇ ਤੁਸੀਂ ਬਲੰਡਰ ਰਿਡਿਊਸ ਕਰ ਲਓ ਆਪਣੇ, ਤਾਂ ਤੁਸੀਂ ਆਪਣੇ 12.5 ਨੰਬਰ ਬਚਾ ਸਕਦੇ ਆ, ਔਰ ਉਹਦੇ ਨਾਲ ਤੁਸੀਂ ਆਪਣਾ ਰੈਂਕ ਜਿਹੜਾ ਹੈਗਾ ਕਿਤੇ ਤੋਂ ਕਿਤੇ ਅੱਗੇ ਲੈ ਕੇ ਜਾ ਸਕਦੇ। ਓਕੇ, ਔਰ ਫਰਦਰ ਜਿਹੜਾ ਹੈਗਾ ਇਹ ਸਾਨੂੰ ਜਿਹੜਾ ਹੈਗਾ ਹੋਰ ਕਿਹਦੇ ਵਿੱਚ ਹੈਲਪ ਕਰਦਾ ਵਾ, ਹੋਰ ਤੁਹਾਨੂੰ ਇਹ ਹੈਲਪ ਕਰਦਾ ਵਾ ਆਪਣਾ ਅਟੈਂਪਟ ਜਿਹੜਾ ਹੈਗਾ ਵਾ ਉਹਨੂੰ ਆਪਟੀਮਾਈਜ਼ ਕਰਨ ਦੇ ਵਿੱਚ। ਠੀਕ ਹੈ, ਕਿ ਇਹ ਖਾਸ ਕਰਕੇ ਉੱਥੇ ਹੁੰਦਾ ਜਿੱਥੇ ਨੈਗੇਟਿਵ ਮਾਰਕਿੰਗ ਹੋਵੇ। ਨਾਇਬ ਤਹਿਸੀਲਦਾਰ 'ਚ ਨੈਗੇਟਿਵ ਮਾਰਕਿੰਗ ਨਹੀਂ ਆ, ਸੋ ਇਹਦਾ ਮਤਲਬ ਤੁਸੀਂ 120 ਦੇ 120 ਕੁਐਸਚਨ ਅਟੈਂਪਟ ਕਰਕੇ ਆਉਣੇ ਆ। ਓਕੇ, ਆਉਣੇ ਆ, ਭਾਵੇਂ ਐਂਡ ਦੇ ਵਿੱਚ OMR ਦੇ ਵਿੱਚ ਸਿੱਧੇ ਗੋਲੇ ਨਾ ਮਾਰਨੇ ਪੈ ਜਾਣ। ਓਕੇ, ਸੋ ਅਟੈਂਪਟ ਤਾਂ ਕਰਨਾ ਹੀ ਕਰਨਾ ਹੈ, ਸਿੱਧੇ ਗੋਲੇ ਮਾਰ ਕੇ ਭਾਵੇਂ ਆ ਜਾਓ, ਜੇ ਅਗਰ ਲਾਸਟ 'ਚ ਕੁਛ ਟਾਈਮ ਘੱਟ ਹੋਵੇ, ਕੁਛ ਵੀ ਹੋਵੇ, ਬਟ ਇਹਦੇ ਵਿੱਚ ਤੁਸੀਂ 100% ਅਟੈਂਪਟ ਕਰਨਾ। ਪਰ ਜਿੱਦਾਂ ਮੈਂ ਗੱਲ ਕਰ ਰਿਹਾ ਸੀ, ਜਿੱਥੇ ਨੈਗੇਟਿਵ ਮਾਰਕਿੰਗ ਹੁੰਦੀ ਆ ਉੱਥੇ ਤੁਹਾਨੂੰ ਮੌਕ ਟੈਸਟ ਹੈਲਪ ਕਰਦਾ ਵਾ ਕਿ ਆਪਣਾ ਅਟੈਂਪਟ ਆਪਟੀਮਾਈਜ਼ ਕਰੋ ਵੀ ਮੈਂ 120 ਦੇ ਵਿੱਚ ਕੁਛ ਕੁਐਸਚਨ ਕਿੰਨੇ ਕਰ ਸਕਦਾ ਵਾਂ। ਓਕੇ, ਐਨੀਵੇ ਉਹ ਗੱਲ 'ਚ ਨਹੀਂ ਜਾਂਦੇ ਆਪਾਂ, ਰਾਈਟ। ਸੋ ਹੁਣ ਅੱਗੇ ਜਿਹੜਾ ਕੁਐਸਚਨ ਆਉਂਦਾ ਹੈ ਉਹ ਆਉਂਦਾ ਹੈ ਕਿ ਜਿਹੜੀ ਇੱਕ ਆਪਾਂ ਰਾਈਟ ਜਿਹੜੀ ਮੌਕ ਟੈਸਟ ਸੀਰੀਜ਼ ਹੈ ਉਹਨੂੰ ਕਿਸ ਤਰੀਕੇ ਨਾਲ ਸਿਲੈਕਟ ਕਰੀਏ। ਠੀਕ ਹੈ, ਸੋ ਗੱਲਾਂ ਉਹੀ ਨੇ ਕਿ ਠੀਕ ਹੈ, ਜਿੱਦਾਂ ਪਹਿਲਾਂ ਕੀਤੀ ਕਿ ਵੀ ਐਗਜ਼ਾਮ ਦੇ ਫਾਰਮੈਟ ਦੇ ਉੱਤੇ ਬੇਸ ਹੋਵੇ। ਓਕੇ, ਸੈਕਿੰਡ ਗੱਲ ਕੀ ਹੈ ਕਿ ਡਿਫੀਕਲਟੀ ਲੈਵਲ ਜਿਹੜੀ ਹੈ ਇਕੁਅਲੈਂਟ ਟੂ ਐਗਜ਼ਾਮ ਹੋਵੇ। ਇਹ ਖਾਸ ਕਰਕੇ ਇੰਪੋਰਟੈਂਟ ਹੁੰਦਾ ਵਾ, ਕਿਉਂਕਿ ਜੇ ਡਿਫੀਕਲਟੀ ਲੈਵਲ ਬਹੁਤ ਜ਼ਿਆਦਾ ਹਾਈ ਹੋਇਆ ਹੈ ਨਾ, ਓਕੇ, ਸੋ ਕੀ ਹੈ ਤੁਹਾਡੀ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਜਿਹੜੀ ਕਹਿ ਲਓ ਜਿਹੜੀ ਪ੍ਰੈਪਰੇਸ਼ਨ ਹੈ ਉਹ ਮਿਸਗਾਈਡ ਹੋ ਜਾਂਦੀ ਹੈ। ਠੀਕ ਹੈ, ਮਿਸਗਾਈਡ ਹੋ ਜਾਂਦੀ ਹੈ, ਤੁਸੀਂ ਸੌਖੀਆਂ ਚੀਜ਼ਾਂ ਨੂੰ ਛੱਡ ਕੇ ਬਹੁਤ ਔਖੀਆਂ ਚੀਜ਼ਾਂ ਦੇ ਪਿੱਛੇ ਪੈ ਜਾਂਦੇ ਆ। ਓਕੇ, ਸੋ ਉਹ ਚੀਜ਼ ਜਿਹੜੀ ਹੈ ਤੁਹਾਡੀ ਪੂਰੀ ਜਿਹੜੀ ਪ੍ਰੈਪਰੇਸ਼ਨ ਨੂੰ ਮਿਸਗਾਈਡ ਕਰ ਸਕਦੀ ਹੈ ਜੇ ਤੁਸੀਂ ਕੋਈ ਇਹੋ ਜਿਹੀ ਟੈਸਟ ਸੀਰੀਜ਼ ਕਰ ਲਓ ਕਿ ਜਿਹੜੀ ਬਹੁਤ ਜ਼ਿਆਦਾ ਡਿਫੀਕਲਟ ਹੈ ਜਾਂ ਜਿਹੜੀ ਕੋਈ ਬਹੁਤ ਆਸਾਨ ਹੈ, ਸੋ ਇੱਕ ਐਗਜ਼ਾਮ ਦੀ ਇਕੁਅਲੈਂਟ ਹੋਵੇ, ਰਾਈਟ। ਸੋ ਇਹ ਵੀ ਇੱਕ ਇੰਪੋਰਟੈਂਟ ਚੀਜ਼ ਹੈ। ਫਿਰ ਫਰਦਰ ਸਾਰੇ ਸਬਜੈਕਟ ਕਵਰ ਕਰਦੀ ਹੋਵੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ, ਕੁਐਸਚਨਸ ਦੀ ਵੇਟੇਜ ਇਕੁਅਲੈਂਟ ਟੂ ਐਗਜ਼ਾਮ ਹੋਵੇ, ਔਰ ਫਿਰ ਉਸ ਤੋਂ ਬਾਅਦ ਲਾਸਟ ਪੁਆਇੰਟ ਖਾਸ ਕਰਕੇ ਕਿ ਉਹਦੇ ਵਿੱਚ ਐਕਸਪਲੇਨੇਸ਼ਨ ਵੀ ਹੋਵੇ, ਡਿਟੇਲਡ ਕੁਐਸਚਨ ਆਫ ਐਕਸਪਲੇਨੇਸ਼ਨ। ਕਿਉਂਕਿ ਜਿਹੜੇ ਵੀ ਕੁਐਸਚਨ ਤੁਹਾਡੇ ਗਲਤ ਹੋਣਗੇ, ਜੇ ਤੁਸੀਂ ਉਹ ਬੁੱਕ ਦੇ ਵਿੱਚੋਂ ਹਰੇਕ ਕੁਐਸਚਨ ਨੂੰ ਦੇਖਣਗੇ ਉਹਦਾ ਕੀ ਆਨਸਰ ਆ, ਤੁਹਾਡਾ ਬਹੁਤ ਜ਼ਿਆਦਾ ਟਾਈਮ ਜਿਹੜਾ ਹੈਗਾ ਵਾ ਉਹ ਜਾਇਆ ਜਾਏਗਾ ਉੱਥੇ। ਠੀਕ ਹੈ, ਟਾਈਮ ਤੁਹਾਡਾ ਵੇਸਟ ਹੋਏਗਾ। ਉਹੀ ਜੇ ਤੁਹਾਡੇ ਕੋਲ ਨਾਲ ਸੋਲਿਊਸ਼ਨ ਹੋਵੇ ਤਾਂ ਤੁਸੀਂ ਛੇਤੀ ਤੋਂ ਛੇਤੀ ਆਪਣੇ ਆਪ ਨੂੰ ਕਰੈਕਟ ਕਰ ਸਕਦੇ ਆ, ਜਾਂ ਉਸ ਕੁਐਸਚਨ ਦੇ ਰਿਲੇਟਿੰਗ ਉਸ ਟੌਪਿਕ ਨੂੰ ਜਿਹੜਾ ਹੈਗਾ ਵਾ ਆਪਣਾ ਕਵਰ ਕਰ ਸਕਦੇ ਆ, ਰਾਈਟ। ਸੋ ਇਸ ਕਰਕੇ ਉਹਦੇ ਵਿੱਚ ਐਕਸਪਲੇਨੇਸ਼ਨ ਵੀ ਜਿਹੜੀ ਹੈਗੀ ਆ ਹੋਣੀ ਇਹ ਬਹੁਤ ਜ਼ਰੂਰੀ ਆ ਉਸ ਮੌਕ ਟੈਸਟ ਦੇ ਸੀਰੀਜ਼ ਦੇ ਵਿੱਚ। ਇਕੱਲੀ ਆਨਸਰ ਕੀ ਨਾ ਦਿੱਤੀ ਹੋਵੇ, ਬਲਕਿ ਐਕਸਪਲੇਨੇਸ਼ਨਸ ਵੀ ਹੋਵੇ, ਕੁਐਸਚਨ ਦੀ ਡਿਟੇਲ ਐਕਸਪਲੇਨੇਸ਼ਨ, ਰਾਈਟ। ਸੋ ਇਹ ਸਾਰੀਆਂ ਗੱਲਾਂ ਨੂੰ ਹੀ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਕਿਸ ਤਰੀਕੇ ਦੀ ਇੱਕ ਮੌਕ ਟੈਸਟ ਸੀਰੀਜ਼ ਚਾਹੀਦੀ ਹੈ ਨਾਇਬ ਤਹਿਸੀਲਦਾਰ ਦੇ ਬੱਚਿਆਂ ਦੇ ਲਈ। ਠੀਕ ਹੈ, ਸੋ ਇਹਦੇ ਲਈ ਹੀ ਤੁਹਾਡੇ ਲਈ 6 ਟੈਸਟਾਂ ਦੀ ਜਿਹੜੀ ਹੈਗੀ ਆ ਉਹ ਮੌਕ ਟੈਸਟ ਸੀਰੀਜ਼ ਲਾਂਚ ਕੀਤੀ ਗਈ ਆ। ਠੀਕ ਹੈ, ਔਰ ਜਿਹਦਾ ਪਹਿਲਾ ਟੈਸਟ as a sample along with answer key and detailed explanation ਜਿਹੜਾ ਹੈਗਾ ਵਾ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਮਿਲ ਜਾਏਗਾ, ਰਾਈਟ। ਇਹ ਸੈਂਪਲ ਹੈ ਤੁਹਾਨੂੰ। ਓਕੇ, ਜੇ ਤੁਹਾਨੂੰ ਇਹ ਸੈਂਪਲ ਵਧੀਆ ਲੱਗਦਾ ਵਾ, ਟੈਸਟ ਵਧੀਆ ਲੱਗਦਾ ਵਾ, ਟੈਸਟ ਦੀ ਕੁਆਲਿਟੀ ਅੱਛੀ ਲੱਗਦੀ ਆ, ਤਾਂ ਤੁਸੀਂ ਜਿਹੜਾ ਹੈਗਾ ਵਾ ਇਹਨੂੰ 6 ਟੈਸਟਾਂ ਦੀ ਜਿਹੜੀ ਟੈਸਟ ਸੀਰੀਜ਼ ਹੈ ਇਹਨੂੰ ਸਬਸਕ੍ਰਾਈਬ ਕਰ ਸਕਦੇ ਆ। ਓਕੇ, ਓਨਲੀ ਇਨ ₹299, ਔਰ ਇਸ ਨੰਬਰ ਤੇ ਤੁਸੀਂ WhatsApp ਕਰ ਸਕਦੇ ਆ। ਔਰ ਇਹ ਸਾਰੀਆਂ ਪੇਮੈਂਟ ਆਪਸ਼ਨਸ ਪੇਟੀਐਮ, ਗੂਗਲ ਪੇ, ਫੋਨਪੇ, WhatsApp ਪੇ ਐਂਡ ਨੈਟ ਬੈਂਕਿੰਗ ਜਿਹੜੀ ਹੈਗੀ ਆ ਉਹ ਅਵੇਲੇਬਲ ਹੈ। ਠੀਕ ਹੈ, 6 ਟੈਸਟਾਂ ਦੀ ਜਿਹੜੀ ਹੈਗੀ ਹੈ ਟੈਸਟ ਸੀਰੀਜ਼ ਹੈ, ਰਾਈਟ। ਸੋ ਇੱਥੇ ਆਪਾਂ ਕਰਦੇ ਹਾਂ ਆਪਣੀ ਹੁਣ ਵੀਡੀਓ ਸਮਾਪਤ। ਸੋ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ, ਜੇ ਗੱਲ ਕੀਤੀ ਸਟ੍ਰਾਈਕ, ਕਰ ਦਿਓ ਕਮੈਂਟ, ਸ਼ੇਅਰ ਤੇ ਲਾਈਕ, ਰਾਈਟ। ਸੋ ਮਿਲਦੇ ਹਾਂ ਫਿਰ ਹਾਲ, ਜਦ ਤੱਕ ਜੁੜੇ ਰਹੋ PV ਸਰ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।